और सब तो पहला सवाल ਜਿਹੜਾ ਅੱਜ ਪੰਜਾਬ ਦੇ ਹਰੇਕ ਬੱਚੇ ਦੀ ਜ਼ੁਬਾਨ ਤੇ ਹੈ ਹਰੇਕ ਬੰਦੇ ਦੀ ਜ਼ੁਬਾਨ ਤੇ ਕਿ ਇਸ ਅੰਦੋਲਨ ਦਾ ਬਣੇਗਾ ਕੀ ਜੀ। ਤਾਂ ਮੈਂ ਆਪਣੀ ਘਰ ਵਾਲੀ ਦੇ ਗੱਲ ਲਾ ਕੇ ਰੋਇਆ, ਲਿਟਰਲੀ ਰੋਇਆ। ਮੈਂ ਕਿਹਾ ਵੀ ਗਾਜੀਪੁਰ ਬਚ ਗਿਆ, ਹੁਣ ਨਹੀਂ ਮਰਦਾ। ਟਕੈਤ ਸਟੈਂਡ ਲੈ ਗਿਆ ਤੇ ਹੁਣ ਦੇਖੋ ਲੋਕ ਕਿਵੇਂ ਆਉਂਦੇ। ਤੁਸੀਂ ਬਹੁਤ ਸਮੇਂ ਤੋਂ ਇਹ ਰੌਲਾ ਪਾ ਰਹੇ ਹੋ ਕਿ ਆਪਣੀਆਂ ਲਿਮਟਾਂ ਬੈਂਕ ਵਾਲਿਆਂ ਕੋਲੋਂ ਬਣਵਾਉਣੀਆਂ ਬੰਦ ਕਰੋ। ਲਿਮਟ ਜੇ ਮੰਨ ਲਓ ਤੁਹਾਡੀ 1.5 ਲੱਖ ਦੀ ਹੈ ਵੀ ਪਰ ਏਕੜ ਦੀ 5-5 ਲੱਖ ਦੇ ਕਰਜ਼ੇ ਦੇ ਰਹੇ ਹੋ ਤੁਸੀਂ। ਕਿਉਂ, ਕੀ ਸੋਚ ਕੇ ਦੇ ਰਹੇ ਹੋ? ਕਿਉਂਕਿ ਪਤਾ ਹੀ ਹੈ ਕਿ 5 ਲੱਖ ਦਾ ਕਰਜ਼ਾ ਜਿਹੜਾ ਛੋਟਾ ਕਿਸਾਨ ਨਹੀਂ ਮੋੜ ਸਕੇਗਾ ਤਾਂ ਅਲਟੀਮੇਟਲੀ ਉਹਦੀ ਜ਼ਮੀਨ ਵਿਕੇਗੀ। ਇਹ ਕਾਨੂੰਨ ਉਹ ਕਾਨੂੰਨ ਨੇ ਜਿੱਥੇ ਮਰ ਰਹੀ ਕਿਸਾਨੀ ਦੇ ਹੁਣ ਸ਼ਾਹਰਗ ਨੂੰ ਫੜ ਲਿਆ ਸੀਗਾ ਕਿ ਹੁਣ ਤੇਰਾ ਅਸੀਂ ਗਲ ਦੱਬਾਂਗੇ। ਇੰਨੀ ਢੀਠ ਜਿਹੜੀ ਸਰਕਾਰ ਹੈ, ਮੈਨੂੰ ਲੱਗਦਾ ਇਤਿਹਾਸ ਦੇ ਵਿੱਚ ਅੱਜ ਤੱਕ ਕਦੇ ਨਹੀਂ ਆਈ ਕਿ 25 ਤੋਂ 30 ਲੱਖ ਬੰਦਾ ਬੈਠਾ ਹੋਵੇ। ਲੋਕ ਆਪਣੀ ਥਾਂ ਤੇ ਸੱਚੇ ਨੇ। ਉਹਨਾਂ ਨੂੰ ਇਹ ਹੈ ਵੀ ਜੇ ਅਸੀਂ ਕੋਈ ਐਸਾ ਵਿੱਚ ਵਿਚਾਲੇ ਦਾ ਸਮਝੌਤਾ ਕੀਤਾ ਤਾਂ ਸਾਡੇ ਨਾਲ ਧੋਖਾ ਹੋਏਗਾ। ਸਾਨੂੰ ਕਿਸੇ ਨੇ ਮੁੜ ਕੇ ਇਹਨਾਂ ਨੇ ਕੁਛ ਨਹੀਂ ਸਾਨੂੰ ਦਿਵਾਲ। ਉਹਨਾਂ ਨੂੰ ਇਹ ਪਤਾ ਹੈ ਵੀ ਜੇ ਅਸੀਂ ਅੱਜ ਇਹਨੂੰ ਕਾਨੂੰਨ ਨਾ ਪਾਸ ਕਰਾ ਪਾਏ, ਅੱਜ ਇਹ ਕਾਨੂੰਨ ਅਸੀਂ ਵਾਪਸ ਲੈਂਦੇ ਹਾਂ ਤਾਂ ਮੁੜ ਕੇ ਕਦੀ ਪਾਸ ਨਹੀਂ ਹੋਣ ਦੇਣਗੇ ਇਹ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਇੰਨੇ ਦਿਨੀ ਸਾਡੇ ਕਿਸਾਨ ਨੇ ਜਿਹੜੇ ਟਿੱਕਰੀ ਬਾਰਡਰ ਹੋਵੇ, ਗਾਜ਼ੀਪੁਰ ਬਾਰਡਰ ਹੋਵੇ ਜਾਂ ਸਿੰਘੂ ਬਾਰਡਰ ਹੋਵੇ, ਹਰ ਪਾਸੇ ਬੈਠੇ ਨੇ। 2 ਮਹੀਨਿਆਂ ਤੋਂ ਉੱਪਰ ਦਾ ਸਮਾਂ ਜਿਹੜਾ ਉਹ ਹੋ ਚੁੱਕਿਆ, ਪਰ ਜਿਹੜੀ ਸਰਕਾਰ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ, ਜਾਂ ਅਸੀਂ ਕਹਿ ਲਈਏ ਕਿ ਕਿਸੇ ਵੀ ਤਰੀਕੇ ਸਿਰ ਉਹਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਵੱਲ ਧਿਆਨ ਦੇਣ ਦੇ ਬਿਲਕੁਲ ਵੀ ਫਿਲਹਾਲ ਮੂਡ 'ਚ ਨਜ਼ਰ ਨਹੀਂ ਆ ਰਹੀ। ਅਜਿਹੇ ਦੇ ਵਿੱਚ ਅਸੀਂ ਇਸ ਅੰਦੋਲਨ ਤੋਂ ਪਹਿਲਾਂ ਡਾਕਟਰ ਅਮਰ ਸਿੰਘ ਆਜ਼ਾਦ ਹੋਰਾਂ ਦੀ ਇੱਕ ਇੰਟਰਵਿਊ ਤੁਹਾਡੇ ਨਾਲ ਸਾਂਝੀ ਕੀਤੀ ਸੀ, ਇੱਕ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਸੀ, ਜਿਨ੍ਹਾਂ ਨੇ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਪ੍ਰੈਡਿਕਟ ਕਰ ਦਿੱਤਾ ਸੀ, ਭਵਿੱਖਬਾਣੀ ਕਰ ਦਿੱਤੀ ਸੀ ਕਿ ਇਹ ਅੰਦੋਲਨ ਹੋਏਗਾ ਔਰ ਇਸ ਅੰਦੋਲਨ ਨੂੰ ਪੰਜਾਬ ਦੇ ਕਿਸਾਨ ਲੀਡ ਕਰਨਗੇ। ਬਿਲਕੁਲ ਉਸੇ ਤਰ੍ਹਾਂ ਜਿਵੇਂ ਜਿਵੇਂ ਦਿਨ ਬੀਤਦੇ ਗਏ ਤਾਂ ਉਹ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ। ਤੇ ਹੁਣ ਇਸ ਵੇਲੇ ਸਭ ਨੂੰ ਇੱਕੋ ਹੀ ਸਵਾਲ ਹੈ, ਪੂਰੇ ਪੰਜਾਬ ਦੀਆਂ ਸੱਥਾਂ ਦੇ ਵਿੱਚ, ਪੂਰੇ ਪੰਜਾਬ ਦੇ ਘਰਾਂ ਦੇ ਵਿੱਚ, ਪੰਜਾਬ ਦੀਆਂ ਗਲੀ ਗਲੀ ਦੇ ਵਿੱਚ, ਕਿ ਆਖਿਰ ਇਸ ਅੰਦੋਲਨ ਦਾ ਕੀ ਬਣੇਗਾ। ਅੱਜ ਤੁਹਾਨੂੰ ਫਿਰ ਤੋਂ ਮੁਲਾਕਾਤ ਕਰਵਾਉਂਦੇ ਹਾਂ ਜਿਹੜੇ ਕਿ ਸਿਹਤ ਦੇ ਮਾਹਿਰ ਹੀ ਨਹੀਂ, ਸਗੋਂ ਸਮਾਜਿਕ ਵਿਸ਼ਿਆਂ ਦੇ, ਰਾਜਨੀਤਿਕ ਸਿਆਸੀ ਵਿਸ਼ਿਆਂ ਦੇ ਵੀ ਆਪਣੇ ਉੱਤੇ ਪਕੜ ਰੱਖਦੇ ਨੇ। ਉਹਨਾਂ ਦੇ ਵਿੱਚ ਗਹਿਰਾਈ ਨਾਲ ਜਿਹੜੀ ਗੱਲਬਾਤ ਕਰਨ ਦਾ ਨਜ਼ਰੀਆ ਰੱਖਦੇ। ਸਾਡੇ ਨਾਲ ਦੁਨੀਆ ਭਰ ਦੇ ਮਸ਼ਹੂਰ ਡਾਕਟਰ ਅਮਰ ਸਿੰਘ ਆਜ਼ਾਦ ਨੇ। ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਹੁਣ ਇਸ ਕਿਸਾਨ ਅੰਦੋਲਨ ਦਾ ਬਣੇਗਾ ਕੀ। ਸਾਰਿਆਂ ਦਾ ਹੀ ਸਵਾਲ ਹੈ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਹਕੀਕਤ ਟੀਵੀ ਪੰਜਾਬੀ ਦੇ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ, ਪਹਿਲਾ ਸਵਾਲ ਇਹੀ ਹੈ ਔਰ ਸਭ ਤੋਂ ਪਹਿਲਾ ਸਵਾਲ ਜਿਹੜਾ ਅੱਜ ਪੰਜਾਬ ਦੇ ਹਰੇਕ ਬੱਚੇ ਦੀ ਜ਼ੁਬਾਨ ਤੇ ਹੈ, ਹਰੇਕ ਬੰਦੇ ਦੀ ਜ਼ੁਬਾਨ ਤੇ, ਕਿ ਇਸ ਅੰਦੋਲਨ ਦਾ ਬਣੇਗਾ ਕੀ ਜੀ। ਅੱਛਾ, ਪਹਿਲੀ ਗੱਲ ਤਾਂ ਆਪਾਂ ਇਸ ਗੱਲ ਨੂੰ ਸਮਝੀਏ ਕਿ ਇਹ ਜਿਹੜਾ ਅੰਦੋਲਨ ਹੈ ਇਹ ਜੋ ਸਾਡੇ ਨਾਲ ਹਿੰਦੁਸਤਾਨ ਦੇ ਲੋਕਾਂ ਨਾਲ ਆਜ਼ਾਦੀ ਤੋਂ ਬਾਅਦ ਹੋਇਆ, ਜਿਸ ਕਿਸਮ ਦੀ ਆਸਾਂ ਨਾਲ ਆਜ਼ਾਦੀ ਦਾ ਅੰਦੋਲਨ ਚੱਲਿਆ ਸੀਗਾ, ਤੇ ਉਹ ਤੋਂ ਬਾਅਦ ਜਿਹੜਾ ਵਰਤਾਰਾ ਹੋਇਆ, ਜਿਹੜੀ ਸਰਕਾਰ ਸਾਡੀ ਨਵੀਂ ਆਈ, ਕਿ ਲੋਕਾਂ ਨੂੰ ਆਸਾਂ ਸੀ ਕਿ ਜੀਵਨ ਬਦਲੇਗਾ ਬਹੁਤ, ਔਰ ਜਿਹੜਾ ਆਮ ਇਨਸਾਨ ਹੈ, ਜੋ ਵਿਸ਼ਾਲ ਲੁਕਾਈ ਹੈ ਇਸ ਮੁਲਕ ਦੀ, ਉਹ ਰੀਅਲ ਅਸਲੀ ਆਜ਼ਾਦੀ ਹੰਡਾਏਗੀ। ਉਸ 'ਤੇ ਜਿਵੇਂ ਜਿਵੇਂ ਸਮਾਂ ਲੰਘਿਆ ਗਿਆ, ਲੋਕਾਂ ਦੇ ਜਿਹਨੂੰ ਕਹਿੰਦੇ ਸੁਪਨਿਆਂ 'ਤੇ ਪਾਣੀ ਫਿਰਦਾ ਗਿਆ, ਅਤੇ ਹੌਲੀ ਹੌਲੀ ਗੱਲ ਬੜੀ ਸਪਸ਼ਟ ਹੋ ਗਈ ਕਿ ਉਹ ਆਜ਼ਾਦੀ ਕੋਈ ਆਜ਼ਾਦੀ ਨਹੀਂ ਸੀਗੀ, ਉਹ ਇੱਕ ਸਮਝੌਤਾ ਸੀਗਾ ਜਿਹਦੇ ਤਹਿਤ ਕਿ ਟਰਾਂਸਫਰ ਆਫ ਪਾਵਰ ਹੋਇਆ। ਤਾਂ ਉਸ ਨੂੰ ਹੁਣ ਬੜਾ ਸਪਸ਼ਟ ਹੈ, ਹਰ ਬੱਚਾ ਕਹਿੰਦਾ ਕਿ ਇਹ ਕੋਈ ਆਜ਼ਾਦੀ ਨਹੀਂ ਆਈ, ਇਹ ਟਰਾਂਸਫਰ ਆਫ ਪਾਵਰ ਹੋਇਆ। ਕਿ ਠੀਕ ਹੈ, ਪਹਿਲਾਂ ਸਿੱਧੇ ਵਿਦੇਸ਼ੀ ਸਾਡੇ ਉੱਪਰ ਰਾਜ ਕਰਦੇ ਸੀਗੇ ਅਤੇ ਉਹ ਸਾਨੂੰ ਲੁੱਟਦੇ ਸੀ ਅਤੇ ਗਰੀਬ ਜਿਹੜਾ ਸੀਗਾ ਉਹ ਉਹਨੂੰ ਉੱਠਣ ਨਹੀਂ ਸੀ ਦਿੰਦੇ। ਅੱਜ ਉਹਦੇ ਵਿਚਾਲੇ ਇੱਕ ਇਹੋ ਜਿਹੇ ਕੁਛ ਚੰਦ ਲੋਕ ਆ ਗਏ ਆ ਜਿਹੜੇ ਸਾਡੇ ਲੋਕਲ ਨੇ, ਅਤੇ ਉਹ ਵੀ ਉਹੀ ਕੰਮ ਕਰ ਰਹੇ ਆ ਜੋ ਸਾਡੇ ਵਿਦੇਸ਼ੀ ਕਰਦੇ ਸੀਗੇ। ਉਸ ਤੋਂ ਬਾਅਦ ਜਿਹੜਾ ਪਿਛਲੇ ਕੁਝ ਸਾਲਾਂ 'ਚ ਵਰਤਾਰਾ ਹੋ ਰਿਹਾ ਸੀਗਾ, ਪਿਛਲੇ 10-15 ਸਾਲਾਂ ਤੋਂ, ਉਹ ਬਹੁਤ ਹੀ ਮਾੜਾ ਹੋ ਰਿਹਾ ਸੀ। ਖਾਸ ਕਰਕੇ 90 ਤੋਂ ਬਾਅਦ ਸ਼ੁਰੂ ਹੋਇਆ ਉਹ ਗਲੋਬਲਾਈਜੇਸ਼ਨ ਦਾ, ਜਿਹਦੇ ਤਹਿਤ ਕਿ ਜਿਹੜੇ ਵੱਡੇ ਵੱਡੇ ਘਰਾਣੇ ਸੀਗੇ, ਸਾਰਾ ਕੁਛ ਜਿਹੜਾ ਲੋਕਾਂ ਦੀ ਪ੍ਰਾਪਰਟੀ ਸੀਗਾ, ਲੋਕਾਂ ਦੀ ਜਾਇਦਾਦ ਸੀ, ਸਾਂਝੀ ਜਾਇਦਾਦ ਸੀਗੀ, ਚਾਹੇ ਉਹ ਕੁਦਰਤੀ ਸਰੋਤ ਸੀਗੇ, ਖਾਣਾਂ ਦੀ ਸ਼ਕਲ 'ਚ ਜਾਂ ਜ਼ਮੀਨਾਂ ਦੀ ਸ਼ਕਲ 'ਚ ਜਾਂ ਜੰਗਲਾਂ ਦੀ ਸ਼ਕਲ 'ਚ, ਜਾਂ ਉਹ ਅਦਾਰੇ ਸੀਗੇ ਜਾਂ ਸੰਸਥਾਵਾਂ ਸੀਗੀਆਂ ਜਿਹੜੀਆਂ ਕਿ ਲੋਕਾਂ ਨੂੰ ਕੁਛ ਦਿੰਦੀਆਂ ਸੀਗੀਆਂ, ਚਾਹੇ ਉਹ ਘੱਟ ਦਿੰਦੀਆਂ ਸੀਗੀਆਂ ਲੇਕਿਨ ਕੁਛ ਨਾ ਕੁਛ ਦਿੰਦੀਆਂ ਸੀ। ਜਿਵੇਂ ਸਰਕਾਰੀ ਹਸਪਤਾਲ ਸੀ, ਸਰਕਾਰੀ ਸਕੂਲ ਕਾਲਜ ਸੀਗੇ, ਪਬਲਿਕ ਸੈਕਟਰ ਅਦਾਰੇ ਸੀਗੇ ਜਿਨ੍ਹਾਂ ਦੇ ਪੈਸੇ ਦੇ ਸਿਰ 'ਤੇ ਕੁਛ ਚੰਦ ਭਲਾਈ ਦੇ ਕੰਮ ਹੁੰਦੇ ਸੀਗੇ,
ਉਹ ਸਾਰੇ ਦੇ ਕਿ ਵੇਚਣ ਦਾ ਜਿਹੜਾ ਸੀ ਉਹਨੂੰ ਸੈੱਲ ਆਊਟ ਦਾ ਸੀਗਾ ਵਰਤਾਰਾ, ਉਹ ਦਿਖਣ ਲੱਗ ਗਿਆ ਜਿਹੜਾ 90-90 ਤੋਂ ਸ਼ੁਰੂ ਹੋਇਆ ਤੇ ਹੁਣ ਆ ਕੇ ਪਿਛਲੇ 6-7-60 ਸਾਲ ਤੋਂ ਬਹੁਤ ਹੀ ਤਿੱਖਾ ਹੋ ਗਿਆ ਤੇ ਐਂ ਲੱਗਦਾ ਜਿਵੇਂ ਸਾਰਾ ਮੁਲਕ ਜਿਹੜਾ ਉਹ ਵੇਚਿਆ ਜਾ ਰਿਹਾ। ਉਹ ਆਪਣੇ ਸਾਹਮਣੇ ਨੇ ਬੈਂਕਾਂ ਸਮੇਤ, ਜਿਹਨੂੰ ਕਹਿੰਦੇ ਆ ਟੋਟਲ ਜਿੰਨੇ ਅਦਾਰੇ ਨੇ, ਜਿੰਨੀਆਂ ਸੰਸਥਾਵਾਂ ਨੇ, ਜਾਂ ਤਾਂ ਉਹਨੂੰ ਵੇਚਿਆ ਜਾ ਰਿਹਾ ਜਾਂ ਜਿਹੜੀਆਂ ਡੈਮੋਕ੍ਰੇਸੀ ਦੇ ਉੱਪਰ ਪਹਿਰਾ ਦਿੰਦੀਆਂ ਸੀਗੀਆਂ। ਤੇ ਡੈਮੋਕ੍ਰੇਸੀ ਇੱਕ ਇਹੋ ਜਿਹੀ ਇੱਕ ਹਿੰਦੁਸਤਾਨ ਦੇ ਅੰਦਰ ਉਸ ਗੱਲ ਨੇ ਥੋੜ੍ਹਾ ਜਿਹਾ ਆਜ਼ਾਦੀ ਤੋਂ ਬਾਅਦ ਇੱਕ ਗੱਲ ਜਿਹੜੀ ਸਪਸ਼ਟ ਰੂਪ 'ਚ ਆਈ ਕਿ ਉਸ ਜਿਹੜੀ ਡੈਮੋਕ੍ਰੇਸੀ ਦੀਆਂ ਉਸ ਅੰਦੋਲਨ ਦੀਆਂ ਪਰੰਪਰਾਵਾਂ ਸੀਗੀਆਂ, ਉਹ ਸਾਡੇ ਲੋਕਾਂ ਨੇ ਵਰਤ ਕੇ ਕਿਸੇ ਨਾ ਕਿਸੇ ਹੱਦ ਤੱਕ ਡੈਮੋਕ੍ਰੇਸੀ ਪਾਕਿਸਤਾਨ ਵਰਗੇ ਮੁਲਕਾਂ ਦੇ ਮੁਕਾਬਲੇ 'ਚ ਫਿਰ ਵੀ ਬੈਟਰ ਹੋ ਗਈ। ਉਹ ਜਿਹੜਾ ਸੀ ਕਿ ਅੰਦੋਲਨ ਕਰਨਾ, ਆਪਣੇ ਹੱਕਾਂ ਲਈ ਲੜਨਾ, ਉਹ ਸੰਸਥਾਵਾਂ ਜਿਹੜੀਆਂ ਕਿ ਡੈਮੋਕ੍ਰੇਸੀ ਦੇ ਅਸੂਲਾਂ ਦੇ ਉੱਪਰ ਪਹਿਰਾ ਦਿੰਦੀਆਂ ਸੀਗੀਆਂ, ਜਿਵੇਂ ਕਚਹਿਰੀਆਂ ਸੀਗੀਆਂ ਜਾਂ ਕੁਛ ਅਦਾਰੇ ਸੀਗੇ ਜਿਹੜੇ ਕਿ ਕੁਛ ਇਨਸਾਫ ਦਿੰਦੇ ਸੀਗੇ ਜਾਂ ਇਨਸਾਫ ਲਈ ਲੜਨ ਲਈ ਲੋਕਾਂ ਨੂੰ ਇੱਕ ਸਹਾਰਾ ਸੀਗੇ, ਉਹ ਵੀ ਬਹੁਤ ਕਮਜ਼ੋਰ ਕਰਤੇ ਗਏ। ਹੁਣ ਆਪਾਂ ਦੇਖਦੇ ਹਾਂ ਕਿ ਸੁਪਰੀਮ ਕੋਰਟ ਸਮੇਤ ਕਿਸ ਢੰਗ ਦੇ ਨਾਲ ਸਾਰਾ ਕਮਜ਼ੋਰ ਕੀਤਾ ਜਾ ਰਿਹਾ। ਤਾਂ ਇਹ ਕਿਤੇ ਨਾ ਕਿਤੇ ਵਰਤਾਰਾ ਚੱਲ ਰਿਹਾ ਸੀਗਾ, ਜਿਸ ਵਰਤਾਰੇ ਦੇ ਹੁੰਦਿਆਂ ਇਹ ਜਿਹੜੇ 3 ਕਾਨੂੰਨ ਆਏ। ਪਹਿਲਾਂ ਉਹ ਵਰਤਾਰਾ ਆਇਆ ਮਹਾਮਾਰੀ ਦਾ, ਔਰ ਮਹਾਮਾਰੀ ਦੇ ਵਰਤਾਰੇ ਦੇ ਵਿੱਚ ਹੀ ਇੱਕ ਦਬੜੂ ਕੁਸੜੂ ਦੇ ਅੰਦਰ ਉਹ ਜਿਹੜੇ ਕਾਨੂੰਨ ਜਿਹੜੇ ਨੇ ਪਹਿਲਾਂ ਆਰਡੀਨੈਂਸ ਦੀ ਸ਼ਕਲ 'ਚ ਆਏ ਤੇ ਫਿਰ ਉਹ ਕਾਨੂੰਨ ਬਣਾਤੇ ਗਏ ਧੱਕੇ ਨਾਲ। ਤਾਂ ਉਹ ਸਾਰਾ ਵਰਤਾਰਾ ਜਿਹੜਾ ਸੀਗਾ ਕਿਤੇ ਨਾ ਕਿਤੇ ਜਿਹਦੇ 'ਚ ਕਿ ਪੰਜਾਬ ਦੀ ਕਿਸਾਨੀ ਨੇ ਬਹੁਤ ਵਧੀਆ ਢੰਗ ਦੇ ਨਾਲ ਉਹਦਾ ਜਿਹੜਾ ਰਿਐਕਸ਼ਨ ਕੀਤਾ ਕਿ ਇਹ ਕਾਨੂੰਨ ਜਿਹੜੇ ਨੇ ਇਹ ਸੈੱਲ ਆਊਟ ਨੇ, ਇਹ ਸਾਡੀਆਂ ਜ਼ਮੀਨਾਂ ਨੂੰ ਜਿੱਥੇ ਬਾਕੀ ਅਦਾਰੇ ਵੇਚੇ ਜਾ ਰਹੇ ਹੈ, ਸੰਸਥਾਵਾਂ ਵੇਚੀਆਂ ਜਾ ਰਹੀਆਂ ਨੇ, ਸੰਸਥਾਵਾਂ 'ਤੇ ਕਬਜ਼ਾ ਹੋ ਰਿਹਾ, ਸੰਸਥਾਵਾਂ ਤਬਾਹ ਹੋ ਰਹੀਆਂ ਨੇ, ਉੱਦਾਂ ਹੀ ਸਾਡੀ ਖੇਤੀ ਨੂੰ ਵੀ ਵੇਚਣ ਦੀ ਤਿਆਰੀ ਹੋ ਰਹੀ ਹੈ ਕਿਤੇ ਨਾ ਕਿਤੇ। ਤਾਂ ਉਹ ਖੇਤੀ ਜਿਹੜੀ ਹੈ ਉਹਦੀ ਵੇਚਣ ਦੀ ਤਿਆਰੀ 'ਚ ਜਿਹੜੇ 3 ਕਾਨੂੰਨ ਆਏ, ਉਹਦੇ 'ਚ ਲੋਕਾਂ ਨੂੰ ਇਹ ਸਮਝ ਆ ਗਈ ਕਿ ਕਿਸਾਨੀ ਜਿਹੜੀ ਹੈ ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨ ਵਾਲੀ। ਕਿਉਂਕਿ ਕਿਸਾਨ ਨੂੰ ਸਮਝ ਆ ਗਈ ਕਿ ਜੇ ਮੈਨੂੰ ਇਹ ਕਾਨੂੰਨ ਮੇਰੇ 'ਤੇ ਲਾਗੂ ਹੋ ਗਏ ਤਾਂ ਅਸੀਂ ਜਿਹੜੇ ਸਾਡੀ ਇੱਕ ਆਜ਼ਾਦ ਹੈਸੀਅਤ ਹੈ ਕਿਸਾਨ ਦੇ ਤੌਰ 'ਤੇ, ਸਾਡੀ ਜਿਹੜੀ ਇੱਕ ਇੱਜ਼ਤ ਹੈ, ਜੋ ਅਸੀਂ ਇੱਕ ਇੱਜ਼ਤ ਦੀ ਰੋਟੀ ਖਾਂਦੇ ਹਾਂ, ਉਹ ਅਸੀਂ ਫਿਰ ਗੁਲਾਮ ਹੋ ਕੇ, ਇੱਕ ਮਜ਼ਦੂਰ ਹੋ ਕੇ, ਬੰਧੂਆ ਹੋ ਕੇ ਰਹਿ ਜਾਂਗੇ ਉਹਨਾਂ ਦੇ। ਅਤੇ ਉਹਦੇ ਨਾਲ ਹੀ ਬਾਕੀ ਜਿਹੜੇ ਨੇ ਲੋਕ ਨੇ ਉਹ ਵੀ ਜੁੜ ਗਏ, ਕਿਉਂਕਿ ਲੋਕਾਂ ਨੂੰ ਵੀ ਸਮਝ ਆ ਗਿਆ ਕਿ ਜਿਹੜੇ ਮਹਾਂਮਾਰੀ ਦੀ ਆੜ ਦੇ ਥੱਲੇ ਜਿਸ ਢੰਗ ਦੇ ਨਾਲ ਛੋਟੇ ਬਿਜ਼ਨਸ ਤਬਾਹ ਹੋਇਆ, ਵਪਾਰਕ ਅਦਾਰੇ ਤਬਾਹ ਹੋਏ, ਤਾਂ ਵੱਡੀ ਈਵਨ ਛੋਟੀ ਇੰਡਸਟਰੀ ਬਹੁਤ ਤਬਾਹ ਹੋਈ ਸਾਰੀ ਲੁਧਿਆਣਾ ਦੀ। ਤਾਂ ਉਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਲੋਕਾਂ ਨੂੰ ਸਮਝ ਆਉਣੀ ਸ਼ੁਰੂ ਹੋ ਗਈ ਕਿ ਇਹ ਉਹੀ ਲੋਕ ਨੇ ਜਿਹੜੇ ਪਹਿਲਾਂ ਲਗਾਤਾਰ ਡੈਮੋਕ੍ਰੇਸੀ ਨੂੰ ਵੀਕ ਕਰ ਰਹੇ ਸੀਗੇ, ਜਿਹੜੇ ਲਗਾਤਾਰ ਪ੍ਰਾਈਵੇਟਾਈਜੇਸ਼ਨ ਕਰਕੇ ਪਬਲਿਕ ਸੈਕਟਰ ਅਦਾਰਿਆਂ ਨੂੰ ਵੇਚ ਕੇ ਸਰਕਾਰੀ ਹਸਪਤਾਲਾਂ ਅਤੇ ਸਕੂਲਾਂ ਅਤੇ ਕਾਲਜਾਂ ਨੂੰ ਕਮਜ਼ੋਰ ਕਰਕੇ ਜਿਹੜੇ ਸੀ ਆਮ ਲੋਕਾਂ ਨੂੰ ਮਾਰ ਰਹੇ ਸੀਗੇ। ਉਹੀ ਲੋਕ ਜਿਹੜੇ ਨੇ ਹੁਣ ਇਹ ਖੇਤੀ ਨੂੰ ਮਾਰਨਾ ਚਾਹੁੰਦੇ ਆ ਅਤੇ ਭੋਜਨ 'ਤੇ ਕਬਜ਼ਾ ਕਰਨਾ ਚਾਹੁੰਦੇ ਆ। ਉਹ ਜਿਵੇਂ ਸਮਝ ਆਏਗੀ ਤਿਵੇਂ ਜਿਹੜਾ ਸੀਗਾ ਉਹ ਅੰਦੋਲਨ ਜਿਹੜਾ ਹੈ ਉਹ ਪਰਪੱਕ ਰੂਪ ਲੈਂਦਾ ਗਿਆ। ਹਾਲਾਂਕਿ ਉਹਨਾਂ ਕਿਸਾਨ ਯੂਨੀਅਨਾਂ ਨੂੰ ਵੀ ਇੱਕ ਬਹੁਤ ਸ਼ਾਬਾਸ਼ ਕਹਿਣੀ ਬਣਦੀ ਹੈ, ਜਿਨ੍ਹਾਂ ਨੇ ਪਿਛਲੇ ਕਈ ਦਹਾਕਿਆਂ ਤੋਂ, ਖਾਸ ਕਰਕੇ 90 ਤੋਂ ਔਨਵਰਡ ਇਹਨਾਂ ਨੇ ਲਗਾਤਾਰ ਕੰਮ ਕੀਤਾ ਕਿ ਜਿਹਦੇ ਤਹਿਤ ਉਹ ਜਿਹੜੇ ਗਲੋਬਲਾਈਜੇਸ਼ਨ ਦੇ ਜਾਂ ਸੰਸਾਰੀਕਰਨ ਦੇ ਜਿਹੜੇ ਭੈੜੇ ਅਸਰ ਸੀਗੇ, ਜਿਹਦੇ 'ਚ ਕਰਜ਼ਾਈ ਹੋ ਗਿਆ ਕਰਜ਼ਾਨ, ਕਿਸਾਨ ਬਹੁਤ ਜ਼ਿਆਦਾ, ਉਹਦੀ ਜ਼ਮੀਨਾਂ ਵਿਕਣੀਆਂ ਸ਼ੁਰੂ ਹੋ ਗਈਆਂ ਔਰ ਉਹਦੇ ਅੰਦਰ ਸੁਸਾਈਡ ਔਰ ਸਾਰਾ ਜਿਹੜਾ ਵਰਤਾਰਾ ਸ਼ੁਰੂ ਹੋਇਆ, ਤਾਂ ਉਹਨਾਂ ਤੋਂ ਬਚਾਉਂਦੇ ਸੀਗੇ ਉਹਨਾਂ ਨੂੰ। ਤਾਂ ਉਹਨਾਂ ਕਿਸਾਨ ਯੂਨੀਅਨਾਂ ਦੇ ਕੰਮਾਂ ਦੀ ਅਲਟੀਮੇਟ ਨੈਟ ਰਿਜ਼ਲਟ ਜਿਹੜਾ ਨਿਕਲਿਆ ਉਹ ਇਸ ਅੰਦੋਲਨ 'ਚ ਨਿਕਲਿਆ। ਪਰ ਡਾਕਟਰ ਸਾਹਿਬ, ਤੁਸੀਂ ਜਿਸ ਤਰੀਕੇ ਨਾਲ, ਮਾਫ਼ ਕਰਨਾ ਤੁਹਾਨੂੰ ਵਿੱਚੋਂ ਰੋਕ ਰਿਹਾ ਮੈਂ, ਪਰ ਤੁਸੀਂ ਬਹੁਤ ਸਾਲ ਤੋਂ ਇਹ ਮਤਲਬ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ। ਜਾਗਰੂਕ ਇਨ ਦੀ ਸੈਂਸ ਆਪਾਂ ਕਹਿ ਲਈਏ ਕਿ ਤੁਸੀਂ ਬਹੁਤ ਸਮੇਂ ਤੋਂ ਇਹ ਰੌਲਾ ਪਾ ਰਹੇ ਹੋ ਕਿ ਆਪਣੀਆਂ ਲਿਮਟਾਂ ਬੈਂਕ ਵਾਲਿਆਂ ਕੋਲੋਂ ਬਣਵਾਉਣੀਆਂ ਬੰਦ ਕਰੋ। ਕਿਸਾਨਾਂ ਨੂੰ ਤੁਸੀਂ ਅਕਸਰ ਮੈਂ ਤੁਹਾਡੀ ਜਿਹੜੀ ਸਪੀਚ ਹੈਗੀ ਹੈ, ਤੁਹਾਡੀ ਗੱਲਬਾਤ ਹੈਗੀ ਹੈ, ਤੁਹਾਡੇ ਕੋਲ 10 ਲੋਕ ਆ ਕੇ ਬੈਠ ਜਾਂਦੇ ਤਾਂ ਤੁਸੀਂ ਕਿਸਾਨ ਬੈਠਦੇ ਸੀ, ਤਾਂ ਤੁਸੀਂ ਉਹਨਾਂ ਨੂੰ ਇਹੀ ਮੋਟੀਵੇਟ ਕਰਦੇ ਸੀ ਕਿ ਆਪਣੇ ਲਿਮਟਾਂ ਵਾਲੇ ਚੱਕਰਾਂ ਦੇ ਵਿੱਚੋਂ ਨਿਕਲੋ। ਉਹ ਵੀ ਕਿਤੇ ਨਾ ਕਿਤੇ ਕੋਈ ਕਾਰਨ ਹੈਗਾ ਇਨਡਾਇਰੈਕਟ ਜੀ? ਨਹੀਂ, ਉਹ ਨਾ ਜਾਣ ਬੁੱਝ ਕੇ ਇਹ 90 ਤੋਂ ਬਾਅਦ ਜਦੋਂ ਗਲੋਬਲਾਈਜੇਸ਼ਨ ਦਾ ਵਰਤਾਰਾ ਆਇਆ ਤਾਂ ਇਹਨਾਂ ਨੇ ਕੀ ਕੀਤਾ ਕਿ ਲਿਮਟ ਤੋਂ ਕਈ ਗੁਣਾ ਜ਼ਿਆਦਾ ਕਰਜ਼ੇ ਦੇਣੇ ਸ਼ੁਰੂ ਕਰਤੇ ਕਿਸਾਨਾਂ ਨੂੰ। ਲਿਮਟ ਜੇ ਮੰਨ ਲਓ ਤੁਹਾਡੀ 1.5 ਲੱਖ ਦੀ ਹੈ, ਪਰ ਏਕੜ ਦੀ 5-5 ਲੱਖ ਦੇ ਕਰਜ਼ੇ ਦੇ ਰਹੇ ਹੋ ਤੁਸੀਂ। ਕਿਉਂ, ਕੀ ਸੋਚ ਕੇ ਦੇ ਰਹੇ ਹੋ? ਕਿਉਂਕਿ ਪਤਾ ਹੀ ਹੈ ਕਿ 5 ਲੱਖ ਦਾ ਕਰਜ਼ਾ ਜਿਹੜਾ ਛੋਟਾ ਕਿਸਾਨ ਨਹੀਂ ਮੋੜ ਸਕੇਗਾ ਤਾਂ ਅਲਟੀਮੇਟਲੀ ਉਹਦੀ ਜ਼ਮੀਨ ਵਿਕੇਗੀ। ਤਾਂ ਉਹ ਜਾਣ ਬੁੱਝ ਕੇ ਇਹ ਕਰਜ਼ੇ ਨੂੰ ਕਿਸਾਨ ਨੂੰ ਜਿਹੜੇ ਨੇ ਕਰਜ਼ੇ ਫਸਾਇਆ ਗਿਆ, ਕਿਉਂਕਿ ਕਿਸਾਨ ਜਿਹੜਾ ਸੀਗਾ ਲੋੜਵੰਦ ਸੀਗਾ, ਉਹਦੀ ਹਰ ਕਿਸਮ ਦੀਆਂ ਲੋੜਾਂ ਨੇ, ਉਹਦੇ ਕੋਲ ਚੱਜ ਦਾ ਘਰ ਵੀ ਨਹੀਂ ਹੈ, ਉਹਨੇ ਬੱਚੇ ਨੂੰ ਪੜ੍ਹਾਉਣ ਨੂੰ ਵੀ ਉਹਦਾ ਜੀਅ ਕਰਦਾ, ਉਹਦਾ ਕੋਈ ਕਾਰ ਮੋਟਰਸਾਈਕਲ ਲੈਣ ਨੂੰ ਵੀ ਜੀਅ ਕਰਦਾ। ਉਹਦੀਆਂ ਲੋੜਾਂ ਇੰਨੀਆਂ ਜ਼ਿਆਦਾ ਸੀਗੀਆਂ ਕਿ ਉਹਨੇ ਬੈਂਕਾਂ ਦੇ ਕਰਜ਼ੇ ਲੈ ਕੇ ਆਪਣੀਆਂ ਲੋੜਾਂ ਪੂਰੀਆਂ ਕਰ ਲਈਆਂ। ਅਤੇ ਉਹਦੇ 'ਚ ਜਿਹੜਾ ਕਰਜ਼ੇ 'ਚ ਐਸਾ ਫਸਿਆ ਉਹ ਕਿ ਮੁੜ ਕੇ ਕਰਜ਼ਾ ਉਤਰਿਆ ਨਹੀਂ, ਕਿਉਂਕਿ ਜਿਹੜੀ ਖੇਤੀ ਹੈ ਇਸ ਵੇਲੇ ਜਿਹੜਾ ਖੇਤੀ ਦਾ ਮਾਡਲ ਹੈ ਉਹ 'ਚ ਇਨਪੁਟਸ ਇੰਨੇ ਜ਼ਿਆਦਾ ਮਹਿੰਗੇ ਨੇ
ਕਿ ਉਹ ਪੱਲੇ ਕੁਛ ਪੈਂਦਾ ਨਹੀਂ ਹੈ ਕਿਸਾਨ ਦੇ, ਤਾਂ ਅਲਟੀਮੇਟਲੀ ਕਿਸਾਨ ਜਿਹੜੇ ਨੇ ਕਰਜ਼ੇ ਦੇ ਐਸੇ ਚੱਕਰ ਚੁਲਝ ਗਏ ਹੋਏ ਆ ਕਿ ਅੱਜ ਹਰ ਕਿਸਾਨ ਕਰਜ਼ੇ 'ਚ ਆ। ਤਾਂ ਇੱਦਾਂ ਕਿੰਨੇ ਕਿਸਾਨ ਜਿਹੜੇ ਨੇ ਉਹ ਲਗਭਗ 2-3-4 ਕਿਸਾਨ ਹਰ ਰੋਜ਼ ਸੁਸਾਈਡ ਕਰਨ ਲੱਗੇ ਸੀਗੇ। ਤਾਂ ਉਹ ਸਾਰਾ ਕਿਤੇ ਨਾ ਕਿਤੇ ਵਰਤਾਰਾ ਚੱਲਦਾ ਜਿਹੜੇ ਸੁਸਾਈਡ ਨਹੀਂ ਸੀ ਕਰਦੇ ਉਹ ਨਸ਼ਿਆਂ 'ਚ ਫਸ ਜਾਂਦੇ ਸੀਗੇ, ਕਿਉਂਕਿ ਤਣਾਅ ਤਾਂ ਉਹਨਾਂ 'ਤੇ ਵੀ ਸੀਗਾ ਕਿ ਜਦੋਂ ਮੈਂਟਲ ਤਣਾਅ 'ਚ ਸਮਾਜ ਸਾਰਾ ਹੋਏਗਾ ਤਾਂ ਨਸ਼ਿਆਂ ਦਾ ਵਰਤਾਰਾ ਵੀ ਵਧੇਗਾ। ਤਾਂ ਉਹ ਸਾਰੇ ਦਾ ਸਾਰਾ ਵਰਤਾਰਾ ਜਿਹੜਾ ਸੀਗਾ, ਜਿਹਨੂੰ ਕਹਿੰਦੇ ਕੋਈ ਚੱਕਰ 'ਚ ਫਸ ਗਿਆ ਪੰਜਾਬ, ਤੇ ਖਾਸ ਕਰਕੇ ਪੰਜਾਬ ਔਰ ਕਾਫੀ ਹੱਦ ਤੱਕ ਹਰਿਆਣਾ ਵੀ। ਤਾਂ ਇਹ ਜਿਹੜਾ ਵਰਤਾਰਾ ਸੀਗਾ ਕਿਤੇ ਨਾ ਕਿਤੇ ਉਹ ਐਸੇ ਇੰਨੇ ਡੈਡ ਐਂਡ ਤੱਕ ਪਹੁੰਚ ਚੁੱਕਿਆ ਸੀਗਾ, ਇੰਨੀ ਬੁਰੀ ਤਰ੍ਹਾਂ, ਮਤਲਬ ਕਿ ਸਾਡੇ ਕੋਲ ਕੋਈ ਚਾਰਾ ਨਹੀਂ ਸੀਗਾ, ਜਾਂ ਤਾਂ ਮਰ ਜਾਓ, ਮਰਨ ਦਿਓ ਪੰਜਾਬ ਨੂੰ, ਤੇ ਜਾਂ ਲੜੋ। ਤੇ ਉਸ ਲੜਨ ਲਈ ਮਾਨਸਿਕ ਤੌਰ 'ਤੇ ਅਸੀਂ ਤਿਆਰ ਹੋ ਰਹੇ ਸੀਗੇ ਪੂਰੀ ਤਰ੍ਹਾਂ ਕਿ ਕਿਵੇਂ ਇਹਦਾ ਜਵਾਬ ਕਿਵੇਂ ਦਿੱਤਾ ਜਾਵੇ। ਉਹ ਜਿਹੜੇ ਕਾਨੂੰਨ ਆਏ ਉਹਨਾਂ ਨੇ ਇੱਕ ਕਿਸਮ ਦਾ ਇੱਕ ਫੌਰੀ ਟ੍ਰਿਗਰ ਦਾ ਕੰਮ ਕੀਤਾ ਕਿ ਹੁਣ ਤਾਂ ਇਹਨਾਂ ਨੇ ਸਾਡੇ ਗੱਲ ਨੂੰ ਹੱਥ ਪਾ ਲਿਆ। ਇਹ ਕਾਨੂੰਨ ਉਹ ਕਾਨੂੰਨ ਨੇ ਜਿੱਥੇ ਮਰ ਰਹੀ ਕਿਸਾਨੀ ਦੇ ਹੁਣ ਸ਼ਾਹ ਰਗ ਨੂੰ ਫੜ ਲਿਆ ਸੀਗਾ ਕਿ ਹੁਣ ਤੇਰਾ ਅਸੀਂ ਗਲ ਦੱਬਾਂਗੇ। ਤਾਂ ਜਦੋਂ ਕਿਸਾਨ ਨੇ ਇਹ ਦੇਖਿਆ ਕਿ ਮੇਰਾ ਹੁਣ ਤਾਂ ਸਾਥ ਦੱਬਣਗੇ, ਮੇਰੀ ਸ਼ਾਹ ਰਗ ਹੀ ਦੱਬ ਦੇਣਗੇ, ਤਾਂ ਫਿਰ ਕਿਸਾਨ ਨੇ ਇਸ ਗੱਲ 'ਤੇ ਰਿਐਕਟ ਕੀਤਾ ਔਰ ਇਸ ਗੱਲ 'ਤੇ ਵਧਾਈ ਦੇ ਪਾਤਰ ਨੇ ਕਿਸਾਨ। ਸਮੂਰੀ ਕਿਸਾਨੀ ਪੰਜਾਬ ਦੀ ਵਧਾਈ ਦੀ ਪਾਤਰ ਹੈ ਕਿ ਉਹਨਾਂ ਨੇ ਆਖਰ ਜਿਹੜੇ ਆਪਣੇ ਦੁੱਖ ਦਰਦਾਂ ਦੇ ਕਾਰਨ ਸੀਗੇ, ਦੁੱਖ ਦਰਦਾਂ ਦੇ ਦੇਣ ਵਾਲੇ ਉਹਨਾਂ ਦੀ ਜਿਹੜੀਆਂ ਸ਼ਕਤੀਆਂ ਸੀਗੀਆਂ, ਜਿਹਨੂੰ ਅਸੀਂ ਕਾਰਪੋਰੇਟ ਵੀ ਕਹਿੰਦੇ ਹਾਂ, ਜਾਂ ਉਹਨਾਂ ਦੀਆਂ ਜਿਹੜੀਆਂ ਪੱਖੀ ਸਰਕਾਰਾਂ ਨੇ, ਤਾਂ ਉਹਨੂੰ ਪਛਾਣ ਲਿਆ। ਔਰ ਅੱਜ ਤੁਸੀਂ ਦੇਖੋ ਬੱਚੇ ਦੇ ਮੂੰਹ 'ਚ ਜ਼ਬਾਨ 'ਤੇ ਇਹ ਸੱਚ ਉਹਨੂੰ ਪਤਾ ਹੈ ਕਿ ਕੌਣ ਮੇਰੇ ਦੁੱਖ ਦਰਦਾਂ ਦਾ ਕਾਰਨ ਹੈ। ਤਾਂ ਉਹ ਅਗਰ ਚੇਤਨਾ ਜਿਹੜੀ ਹੁੰਦੀ ਹੈ, ਜਿਹੜੀ ਫਿਰ ਲੁਕਾਈ ਦੀ ਚੇਤਨਾ ਹੁੰਦੀ ਹੈ, ਮਨੁੱਖਤਾ ਦੀ ਚੇਤਨਾ ਹੁੰਦੀ ਹੈ, ਬਹੁਤ ਜਿਹੜੇ ਮਹਾਨ ਕੰਮ ਕਰਦੀ ਹੈ, ਬਹੁਤ ਇਨਕਲਾਬ ਲਿਆਉਂਦੀ ਹੈ। ਤਾਂ ਉਹ ਇਨਕਲਾਬ ਅਸੀਂ ਹੁੰਦਾ ਦੇਖ ਰਹੇ ਹਾਂ ਕਿ ਇਹ ਜਿਹੜਾ ਅੰਦੋਲਨ ਹੈ ਉਹ ਐਸਾ ਵਿਸ਼ਾਲ ਰੂਪ ਲੈ ਚੁੱਕਿਆ, ਐਸਾ ਵਿਕਰਾਲ ਰੂਪ ਲੈ ਚੁੱਕਿਆ, ਐਸਾ ਜਨ ਅੰਦੋਲਨ ਬਣ ਚੁੱਕਿਆ ਕਿ ਹੁਣ ਕੋਈ ਲੀਡਰ ਅਗਰ ਧੋਖਾ ਕਰਨਾ ਵੀ ਚਾਹੇ ਤਾਂ ਵੀ ਨਹੀਂ ਕਰ ਸਕਦਾ ਉਹ। ਤਾਂ ਉਹ ਕਿਤੇ ਨਾ ਕਿਤੇ ਜਿਹੜਾ ਹੈ ਉਹਦੇ 'ਚ ਹੁਣ ਸਾਡੇ ਵਰਗੇ ਬੰਦੇ ਜਿਹੜੇ ਨੇ, ਮੈਂ ਤੁਹਾਨੂੰ ਆਪਣੀ ਗੱਲ ਸੁਣਾਉਣਾ ਵੀ ਮੈਂ ਤਾਂ ਡਾਕਟਰ ਹਾਂ, ਮੈਨੂੰ ਤਾਂ ਕਿਸਾਨੀ ਨਾਲ ਸਿੱਧਾ ਨਹੀਂ ਸੰਬੰਧ, ਲੇਕਿਨ ਜਿਸ ਦਿਨ ਉਹ ਗਾਜ਼ੀਪੁਰ ਦਾ ਬਾਰਡਰ ਬਚਿਆ, ਜਿਸ ਦਿਨ ਰਾਤ ਨੂੰ ਇਹ ਸੀ ਵੀ ਜਿਸ ਦਿਨ ਟਕੈਤ ਵਾਲੀ ਜਿਹੜੀ ਘਟਨਾ ਹੋਈ, ਤਾਂ ਉਸ ਦਿਨ ਰਾਤ ਨੂੰ ਜਦੋਂ ਮੈਂ ਸੌ ਰਿਹਾ ਸੀਗਾ, ਸੌਣ ਲੱਗਿਆ ਸੀ, ਤਾਂ ਮੈਂ ਬਹੁਤ ਉਦਾਸ ਸੁੱਤਾ ਕਿ ਵੀ ਇਹ ਗਾਜ਼ੀਪੁਰ ਦਾ ਬਾਰਡਰ ਗਿਆ, ਅਤੇ ਜੇ ਗਾਜ਼ੀਪੁਰ ਦਾ ਬਾਰਡਰ ਗਿਆ ਤਾਂ ਨਾਲੇ ਦੂਜੇ ਜਾਣਗੇ ਮਗਰੇ 2-4 ਦਿਨਾਂ ਬਾਅਦ। ਬੜਾ ਮੈਂ ਮਾਯੂਸ ਸੁੱਤਾ ਉਸ ਦਿਨ। ਅਤੇ ਜਦੋਂ ਮੈਂ ਸਵੇਰੇ ਉੱਠ ਕੇ ਵੀਡੀਓ ਦੇਖੀ ਟਕੈਤ ਵਾਲੀ, ਜਿਹੜੀ ਕਿ ਬੜੀ ਮਸ਼ਹੂਰ ਹੋਈ ਆ, ਤਾਂ ਮੈਂ ਆਪਣੀ ਘਰ ਵਾਲੀ ਦੇ ਗੱਲ ਲਾ ਕੇ ਰੋਇਆ, ਲਿਟਰਲੀ ਰੋਇਆ। ਮੈਂ ਕਿਹਾ ਵੀ ਗਾਜ਼ੀਪੁਰ ਬਚ ਗਿਆ, ਹੁਣ ਨਹੀਂ ਮਰਦਾ, ਟਕੈਤ ਸਟੈਂਡ ਲੈ ਗਿਆ, ਅਤੇ ਹੁਣ ਦੇਖੋ ਲੋਕ ਕਿਵੇਂ ਆਉਂਦੇ। ਤਾਂ ਉਹੀ ਗੱਲ ਹੋਈ, ਮਤਲਬ ਘੰਟਿਆਂ ਦੇ ਵਿੱਚ ਉੱਥੇ ਇਕੱਠ ਜਿਹੜਾ ਸੈਂਕੜੇ ਸੀਗਾ ਉਹ ਜਾਣਾ ਹੋ ਗਿਆ। ਅਤੇ ਇਹ ਮੇਰੇ ਵਰਗੇ ਬੰਦੇ ਦਾ ਇਮੋਸ਼ਨਲੀ ਇਨਵੋਲਵ ਹੋਣਾ ਕੀ ਸ਼ੋਅ ਕਰਦਾ? ਇਹਦਾ ਮਤਲਬ ਹੈ ਕਿ ਤੁਹਾਨੂੰ ਗੱਲ ਸਮਝ ਆ ਚੁੱਕੀ ਆ, ਸਮਾਜ ਨੂੰ ਗੱਲ ਸਮਝ ਆ ਚੁੱਕੀ ਹੈ ਕਿ ਪੂਰੀ ਮਨੁੱਖਤਾ ਦੇ ਹਿੱਤ ਜਿਹੜੇ ਨੇ ਇਸ ਵੇਲੇ ਜੁੜੇ ਹੋਏ ਉਹਦੇ ਨਾਲ। ਤਾਂ ਉਹ ਜਦੋਂ ਹਿੱਤ ਜੁੜ ਜਾਂਦੇ ਆ ਪੂਰੀ ਮਨੁੱਖਤਾ ਦੇ, ਤਾਂ ਫਿਰ ਮਨੁੱਖਤਾ 'ਚ ਬੜੀ ਪਾਵਰ ਹੁੰਦੀ ਹੈ, ਫਿਰ ਮਨੁੱਖਤਾ ਬੜੀ ਪਾਵਰਫੁਲ ਹੋ ਜਾਂਦੀ ਹੈ। ਅਤੇ ਹੁਣ ਉਹ ਮਨੁੱਖਤਾ ਪਾਵਰਫੁਲ ਹੋ ਗਈ ਹੋਈ ਹੈ। ਤੁਸੀਂ ਹਰਿਆਣਾ ਦਾ ਰਿਸਪੌਂਸ ਦੇਖੋ, ਯੂਪੀ ਦਾ ਰਿਸਪੌਂਸ ਦੇਖੋ, ਰਾਜਸਥਾਨ ਦਾ ਰਿਸਪੌਂਸ ਦੇਖੋ। ਇੱਕ ਸਿਰਫ ਇਹ ਗੱਲ ਸਿਰਫ ਇੱਕ ਕੁਛ ਉਹ ਲੋਕ ਜਿਨ੍ਹਾਂ ਦੇ ਕਿ ਆਪਣੇ ਹਿੱਤ ਜੁੜੇ ਹੋਏ ਆ ਬਹੁਤ ਵੱਡੇ, ਉਹਨਾਂ ਨੂੰ ਨਹੀਂ ਸਮਝ ਆ ਰਹੀ, ਬਾਕੀ ਸਭ ਨੂੰ ਸਮਝ ਆ ਰਹੀ ਹੈ ਕਿ ਇਹ ਹੁਣ ਜਿਹੜਾ ਇਹਦੇ 'ਚ ਜੇ ਮਨੁੱਖਤਾ ਨੇ ਬਚਣਾ ਤਾਂ ਇਹ ਅੰਦੋਲਨ ਕਰਨਾ, ਅਤੇ ਇਸ ਅੰਦੋਲਨ ਨੂੰ ਕਾਮਯਾਬ ਕਰਨਾ ਬਹੁਤ ਜ਼ਰੂਰੀ ਹੈ। ਤਾਂ ਉਹ ਇਸ ਕਰਕੇ ਜਿਹੜਾ ਇਹ ਅੰਦੋਲਨ ਹੈ। ਪਰ ਇੱਕ ਸਵਾਲ ਡਾਕਟਰ ਸਾਹਿਬ, ਇੱਕ ਹੋਰ ਸਵਾਲ ਹੈ ਕਿ ਇੰਨੀ ਢੀਠ ਜਿਹੜੀ ਸਰਕਾਰ ਹੈ, ਮੈਨੂੰ ਲੱਗਦਾ ਇਤਿਹਾਸ ਦੇ ਵਿੱਚ ਅੱਜ ਤੱਕ ਕਦੇ ਨਹੀਂ ਆਈ ਕਿ 25 ਤੋਂ 30 ਲੱਖ ਬੰਦਾ ਬੈਠਾ ਹੋਵੇ ਅਤੇ ਸਾਡੇ ਜਿਹੜੇ ਮੁੱਖ ਸੇਵਕ ਨੇ ਉਹ ਆ ਕੇ ਇਹ ਕਹਿਣ ਕਿ ਜੀ ਤਾਂ ਬਹੁਤ ਵਧੀਆ ਚੀਜ਼ ਹੈ, ਤੁਸੀਂ ਐਵੇਂ ਬਿਨਾਂ ਮਤਲਬ ਤੋਂ ਪ੍ਰੋਟੈਸਟ ਕਰ ਰਹੇ ਹੋ। ਕਾਸਿਫ ਇੱਦਾਂ ਨਹੀਂ ਹੈ, ਇਹ ਫੈਕਟਸ ਸ਼ਾਇਦ ਜਿਹੜੇ ਨੇ, ਇਹ ਕੁਛ ਫੈਕਟਸ ਜਿਹੜੇ ਨੇ ਅੰਦਰਲੇ ਜੇ ਆਪਾਂ ਨੂੰ ਪਤਾ ਹੋਣ, ਤਾਂ ਇੱਕ ਤਾਂ ਇਹਨਾਂ ਨੂੰ ਡਿਕਟੇਟ ਕਰ ਰਿਹਾ WTO ਅਤੇ IMF ਅਤੇ ਵਰਲਡ ਬੈਂਕ, ਉਹਦੀ ਡਿਕਟੇਸ਼ਨ ਚੱਲਦੀ ਹੈ। ਉਹ ਡਿਕਟੇਸ਼ਨ ਦੇ ਅੰਦਰ ਇਹਨਾਂ ਨੇ ਇੰਨੇ ਲੋਨ ਦੇ ਰੱਖੇ ਇਹਨਾਂ ਨੂੰ, ਅਤੇ ਇੰਨੀਆਂ ਸ਼ਰਤਾਂ ਲਾ ਰੱਖੀਆਂ ਨੇ ਕਿ ਇਹ ਸ਼ਰਤਾਂ ਇਹ ਵਾਇਲੇਟ ਨਹੀਂ ਕਰ ਸਕਦੇ। ਇਹਨਾਂ ਕੋਲ ਕੋਈ ਪਾਵਰ ਹੀ ਨਹੀਂ ਹੈ, ਇਹਨਾਂ ਕੋਲ ਇੰਨੇ ਦਮ ਹੀ ਨਹੀਂ ਹੈ। ਪਰ ਸਕਦੇ ਪਾਵਰ, ਇਹ ਨਹੀਂ ਕਰ ਨਹੀਂ ਸਕਦੇ, ਲੇਕਿਨ ਫਿਰ ਲੋਕਾਂ ਦੇ ਨਾਲ ਖਾ ਕੇ ਖੜਨਾ ਪਏਗਾ। ਜੇ ਸਾਡੀ ਸਰਕਾਰ ਲੋਕਾਂ ਦੇ ਨਾਲ ਖਾ ਕੇ ਖੜ ਜਾਵੇ ਫਿਰ ਕੁਛ ਵੀ ਸੰਭਵ ਹੈ। ਕਹਿ ਦੇਣ WHO ਨੂੰ ਅਸੀਂ ਤੁਹਾਨੂੰ ਟੱਚ ਨਹੀਂ ਸਮਝਦੇ, ਜਾਓ ਅਸੀਂ ਬਾਗੀਆਂ, ਅੱਜ ਤੁਸੀਂ ਜੋ ਕਰਨਾ ਕਰ ਲਓ। ਅਤੇ ਕੀ ਕਰ ਲੈਣਗੇ? ਉਹ ਕੁਝ ਨਹੀਂ ਕਰ ਸਕਦੇ। ਰਾਦਰ ਫਿਰ ਤਾਂ ਮਿੰਨਤਾਂ ਕਰਨਗੇ ਵੀ ਸਾਡੀ ਉਹਨਾਂ ਦੀ ਤਾਂ ਇੱਥੇ ਕਰੋੜਾਂ ਡਾਲਰ ਦੀ, ਬਿਲੀਅਨਸ ਆਫ ਡਾਲਰ ਦੀ ਇੱਥੇ ਲੱਗੀ ਹੋਈ ਹੈ, ਸਰਮਾਇਆ ਲੱਗਿਆ ਹੋਇਆ, ਕਰ ਕੁਝ ਨਹੀਂ ਸਕਦੇ ਉਹ। ਲੇਕਿਨ ਇਹ ਚਾਹਨਾ ਦਮ ਨਹੀਂ ਹੈ
ਕਿ ਵੀ ਇਹ ਲੋਕਾਂ ਦੇ ਨਾਲ ਖੜ ਜਾਣਗੇ। ਲੋਕਾਂ ਦੇ ਨਾਲ ਖੜ ਨਹੀਂ ਸਕਦੇ ਇਹ, ਕਿਉਂਕਿ ਇਹਨਾਂ ਦਮ ਨਹੀਂ ਇਹਨਾਂ 'ਚ। ਦੂਜੀ ਗੱਲ, ਉਹਨਾਂ ਤੋਂ ਬਹੁਤ ਕੁਝ ਲੈ ਰੱਖਿਆ ਇਹਨਾਂ ਨੇ। ਇਹਨਾਂ ਦੇ ਆਪਣੇ ਹਿੱਤ ਇੰਨੇ ਜ਼ਿਆਦਾ, ਜਿਹੜੇ ਪਾਵਰ 'ਚ ਬੈਠੇ ਬੰਦੇ ਆ, ਉਹ ਮੰਤਰੀ ਨੇ, ਚਾਹੇ ਪ੍ਰਧਾਨ ਮੰਤਰੀ ਆ, ਚਾਹੇ ਕੋਈ ਉਹਦੇ ਨਾਲ ਬੜੇ ਬੜੇ ਅਫਸਰ ਨੇ, ਜਿਹੜੇ ਟੌਪ 1% ਨੇ, ਜਿਹਨੂੰ ਆਪਾਂ ਕਹਿੰਦੇ ਆ ਟੌਪ 1% ਨੇ, ਇੰਨੇ ਜ਼ਿਆਦਾ ਰਿਸੋਰਸਿਸ ਲੈ ਰੱਖੇ, ਇੰਨੇ ਜ਼ਿਆਦਾ ਸਾਧਨ ਲੈ ਰੱਖੇ, ਉਹਨਾਂ ਤੋਂ ਇੰਨੇ ਜ਼ਿਆਦਾ ਸਹੂਲਤਾਂ ਲੈ ਰੱਖੀਆਂ ਨੇ ਕਿ ਇਹ ਆਮ ਬੰਦਿਆਂ ਦੇ ਨਾਲ ਨਹੀਂ ਖੜਨਗੇ ਆ ਕੇ। ਜਿਹਦੇ ਆਮ ਬੰਦਿਆਂ ਦੇ ਨਾਲ ਨਹੀਂ ਖੜਨਗੇ ਤਾਂ ਫਿਰ ਉਹਦੇ ਨਾਲ ਖੜਨਾ ਪਏਗਾ ਇਹਨਾਂ ਨੂੰ। ਸੋ ਇਸ ਕਰਕੇ ਇਹਨਾਂ ਕੋਲ ਕੋਈ ਚਾਰਾ ਨਹੀਂ ਹੈ ਉਹਦੇ ਨਾਲ ਖੜਨ ਦਾ। ਉਹਦੇ ਲਈ ਸਾਰੀ ਪਾਰਟੀ ਨੂੰ ਦਾਅ 'ਤੇ ਲਾਤਾ ਇਹਨਾਂ ਨੇ, RSS ਨੂੰ ਵੀ ਦਾਅ 'ਤੇ ਲਾਤਾ, BJP ਨੂੰ ਵੀ ਦਾਅ 'ਤੇ ਲਾਤਾ। ਥੱਲੇ ਵਾਲਾ ਕੇਡਰ ਜਿਹੜਾ ਉਹ ਵਿਚਾਰਾ ਅੰਦਰੋਂ ਅੰਦਰੀ ਪਛਤਾ ਰਿਹਾ ਵੀ ਕਿਹੋ ਜਿਹਾ ਬੰਦਾ ਚੁਣ ਕੇ ਅਸੀਂ ਉੱਥੇ ਭੇਜਤਾ। ਤਾਂ ਹੁਣ ਤੂੰ ਡੂ ਯੂ ਥਿੰਕ ਕਿ BJP ਬਚ ਜਾਏਗੀ? BJP ਨੂੰ ਇਤਿਹਾਸ ਦੀ ਡਸਟਬਿਨ ਸਿੱਟਣ ਜਾ ਰਹੇ ਲੋਕ ਹਿੰਦੁਸਤਾਨ ਦੇ ਅੰਦਰ। ਇਹ ਰੱਦੀ ਦੀ ਟੋਕਰੀ 'ਚ ਸਿੱਟੇ ਜਾਣਗੇ, ਔਰ ਕੇਡਰ ਨੂੰ ਵੀ ਪਤਾ ਥੱਲੇ ਵਾਲੇ ਨੂੰ। ਲੇਕਿਨ ਕੇਡਰ ਕੁਛ ਨਹੀਂ ਕਰ ਸਕਦਾ ਇਸ ਵੇਲੇ, ਉਹਦੇ 'ਚ ਇੰਨਾ ਦਮ ਨਹੀਂ ਹੈ ਕਿ ਬਗਾਵਤ ਕਰ ਜਾਏਗਾ, ਕਿਉਂਕਿ BJP ਦਾ ਕੇਡਰ ਇੱਦਾਂ ਦਾ, RSS ਦਾ ਕੇਡਰ ਇੱਦਾਂ ਦਾ ਕਿ ਬਗਾਵਤ ਕਰਨ ਦਾ ਮੱਦਾ ਨਹੀਂ ਹੈ ਉਹਨਾਂ 'ਚ। ਉਹ ਆਪਾਂ ਦਾ ਇਤਿਹਾਸ ਜਾਣਦੇ ਆ ਉਹਨਾਂ ਦਾ, ਕਿੱਦਾਂ ਦਾ ਇਤਿਹਾਸ ਹੈ ਉਹਨਾਂ ਦਾ। ਜੇ ਬਗਾਵਤ ਕਰਨ ਵਾਲਾ ਕੇਡਰ ਹੁੰਦਾ ਤਾਂ ਫਿਰ ਕਰ ਵੀ ਸਕਦਾ ਸੀਗਾ, ਲੇਕਿਨ ਅੱਜ ਬਗਾਵਤ ਦਾ ਮੱਦਾ ਨਹੀਂ ਹੈ। ਤਾਂ ਉਹ ਇੱਕ ਖਾਸ ਕਿਸਮ ਦੇ ਹਾਲਾਤ ਬਣੇ ਹੋਏ ਆ ਜਿੱਥੇ ਉਹਨਾਂ ਦੇ ਨਾਲ ਉਹ ਖੜ ਗਏ ਆ ਕਾਰਪੋਰੇਟ ਦੇ ਨਾਲ, ਜਿਨ੍ਹਾਂ ਨੂੰ ਉਹ ਵੇਚਣ ਸੈਲ ਆਊਟ ਕਰਨਾ ਚਾਹੁੰਦੇ ਆ। ਹਾਂ, ਦੂਜੀ ਗੱਲ, ਦੂਜੇ ਪਾਸੇ ਜਿਹੜੇ ਲੋਕ ਨੇ, ਇੱਕ ਤਾਂ ਲੋਕਾਂ ਦੀ ਸ਼ਕਤੀ ਇਹ ਹੈ ਕਿ ਕਿਸਾਨ ਹੀ ਨਹੀਂ, ਕਿਸਾਨਾਂ ਨੂੰ ਸਮਝ ਨਹੀਂ ਆਈ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਛੋਟਾ ਬਿਜ਼ਨਸ ਹੈ, ਰੇਹੜੀ ਵਾਲੇ ਆ, ਫੜੀ ਵਾਲੇ ਆ, ਛੋਟੇ ਦੁਕਾਨਦਾਰ ਨੇ, ਵਪਾਰੀ ਨੇ, ਸਭ ਦੇ ਹਿੱਤਾਂ ਨਾਲ ਜੁੜੇ ਹੋਏ ਆ। ਕਿਉਂਕਿ ਕੱਲ੍ਹ ਨੂੰ ਜੇ ਕਾਰਪੋਰੇਟ ਨੇ ਫੂਡ ਦੇ ਉੱਪਰ ਕੰਟਰੋਲ ਕਰ ਲਿਆ ਤਾਂ ਉਹੀ ਫੂਡ ਉਹ ਆਪਣੇ ਵੱਡੇ ਵੱਡੇ ਸਟੋਰਾਂ 'ਚ ਵੇਚਣਗੇ, ਉਹ ਰੇਹੜੀ ਵਾਲੇ ਥੋੜ੍ਹਾ ਦੇਣਗੇ। ਵੇਚ ਵੀ ਰਹੇ ਨੇ ਸਾਡੀ ਹਾਂ, ਜਿਹੜੀ 10-10 ਰੁਪਏ ਦੀ ਜਿਹੜੀ ਗੋਭੀ ਆ ਉਹ ਲੈ ਕੇ ਆਪਣੇ ਸਟੋਰਾਂ ਦੇ ਵਿੱਚ $10 ਦੀ ਵੇਚ ਰਹੇ ਨੇ ਉਹ। ਬਿਲਕੁਲ ਬਿਲਕੁਲ ਬਿਲਕੁਲ। ਉਹ ਸਾਰਾ ਕੁਝ ਵਰਤਾਰਾ ਜਿਹੜਾ ਉਹ ਕਿਤੇ ਨਾ ਕਿਤੇ ਆਮ ਬੰਦੇ ਦਾ ਬਹੁਤ ਹੀ ਮਾਰੂ ਹੋਏਗਾ। ਤਾਂ ਹਰ ਬੰਦੇ ਨੂੰ ਸਮਝ ਆ ਰਹੀ ਹੈ ਕਿ ਜੇ ਅਸੀਂ ਇਹਦੇ 'ਚੋਂ ਨਹੀਂ ਬਚਦੇ, ਅੰਦੋਲਨ ਨਹੀਂ ਬਚਦਾ, ਤਾਂ ਸਾਡੇ ਉੱਪਰ ਪਹਾੜ ਮੁਸੀਬਤਾਂ ਦਾ ਗਿਰਨ ਵਾਲਾ। ਇਸ ਕਰਕੇ ਦੋਨੋਂ ਧਿਰਾਂ ਆਪੋ ਆਪਣੀ ਥਾਂ 'ਤੇ ਜਿਹੜੀ ਉਹ ਸ਼ਕਤੀ ਹੈ, ਕੋਈ ਅਹਿਮ ਦੀ ਸ਼ਕਤੀ ਨਹੀਂ ਹੈ ਜਾਂ ਘਮੰਡ ਦੀ ਨਹੀਂ ਹੈ ਇਕੱਲੀ, ਉਹ ਹਿੱਤਾਂ ਦੀ ਹੈ। ਲੋਕ ਆਪਣੀ ਥਾਂ 'ਤੇ ਸੱਚੇ ਨੇ। ਉਹਨਾਂ ਨੂੰ ਇਹ ਹੈ ਵੀ ਜੇ ਅਸੀਂ ਕੋਈ ਐਸਾ ਵਿੱਚ ਵਿਚਾਲੇ ਦਾ ਸਮਝੌਤਾ ਕੀਤਾ ਤਾਂ ਸਾਡੇ ਨਾਲ ਧੋਖਾ ਹੋਏਗਾ, ਸਾਨੂੰ ਕਿਸੇ ਨੇ ਮੁੜ ਕੇ ਇਹਨਾਂ ਨੇ ਕੁਛ ਨਹੀਂ ਸਾਨੂੰ ਦਿਵਾਲ। ਉਹਨਾਂ ਨੂੰ ਇਹ ਪਤਾ ਹੈ ਵੀ ਜੇ ਅਸੀਂ ਅੱਜ ਇਹਨੂੰ ਕਾਨੂੰਨ ਨਾ ਪਾਸ ਕਰਾ ਪਾਏ, ਅੱਜ ਇਹ ਕਾਨੂੰਨ ਅਸੀਂ ਵਾਪਸ ਲੈਂਦੇ ਹਾਂ, ਤਾਂ ਮੁੜ ਕੇ ਕਦੀ ਪਾਸ ਨਹੀਂ ਹੋਣ ਦੇਣਗੇ। ਇਹ ਜਿਹੜੇ ਲੋਕ ਅੱਜ ਨਹੀਂ ਸਾਨੂੰ ਵਾਪਸ ਲੈਣ ਲਈ ਮਜਬੂਰ ਕਰ ਰਹੇ ਆ, ਮੁੜ ਕੇ ਪਾਸ ਹੋਣ ਦੇਣਗੇ ਉਹ। ਤਾਂ ਇਸ ਕਰਕੇ ਦੋਨੋਂ ਤਰ੍ਹਾਂ ਆਪੋ ਆਪਣੀ ਥਾਂ 'ਤੇ ਜਿਹੜੀਆਂ ਨੇ ਉਹ ਨੇ। ਤਾਂ ਹੁਣ ਜਿਹਨੂੰ ਕਹਿੰਦੇ ਜੰਗ ਹੈ, ਇਹ ਜੰਗ ਵੱਖਰੀ ਕਿਸਮ ਦੀ ਹੈ, ਲੇਕਿਨ ਇਹ ਵੀ ਇੱਕ ਜੰਗ ਹੈ ਕਿ ਦੋਨੋਂ ਪਾਸੇ ਇੱਕ ਲਾਈਨ ਖਿੱਚੀ ਹੋਈ ਹੈ। ਜਦ ਇੱਕ ਤੇਰੀ ਕਾਮਯਾਬ ਹੋਏਗੀ, ਚ ਦੋਨੋਂ ਤਰ੍ਹਾਂ ਕਾਮਯਾਬ ਹੋ ਸਕਦੀਆਂ। ਹੁਣ ਆਪਣੇ ਲਈ ਦੇਖਣਾ ਅਤੇ ਆਪਣੇ ਲਈ ਵਰਗੇ ਲੋਕਾਂ ਲਈ ਇਹ ਕਿ ਅਸੀਂ ਕਿਹਨੂੰ ਕਾਮਯਾਬ ਕਰਨਾ ਚਾਹੁੰਦੇ ਹਾਂ। ਜੇ ਅਸੀਂ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਕਾਮਯਾਬ ਕਰਨਾ ਚਾਹੁੰਦੇ ਤਾਂ ਇਹਦੇ ਨਾਲ ਖੜੀਏ, ਨਹੀਂ ਤਾਂ ਫਿਰ ਡਾਵਾਂਡੋਲ ਹੋਵਾਂਗੇ ਜਾਂ ਉਹਨਾਂ ਦੇ ਨਾਲ ਖੜਾਂਗੇ ਆ ਕੇ, ਤਾਂ ਫਿਰ ਉਹ ਲੁਕਾਈ ਦੀ ਜਿਹੜੀ ਦੁੱਖ ਦਰਦ ਨੇ ਉਹ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਵਧਣਗੇ। ਕਿਉਂਕਿ ਭੋਜਨ 'ਤੇ ਕਬਜ਼ਾ ਹੋ ਜਾਏਗਾ, ਖੇਤੀ 'ਤੇ ਕਬਜ਼ਾ ਹੋ ਜਾਏਗਾ। ਜਿੱਥੇ ਕਿਸਾਨ ਮਰਨਗੇ ਉੱਥੇ ਨਾਲ ਦੀ ਨਾਲ ਜਿਹੜਾ ਕੰਜ਼ਿਊਮਰ ਹੈ, ਛੋਟਾ ਰੇਹੜੀ ਵਾਲਾ, ਫੜੀ ਵਾਲਾ, ਦੁਕਾਨਦਾਰ ਹੈ, ਵਪਾਰੀ ਹੈ, ਛੋਟਾ ਇੰਡਸਟਰੀਲਿਸਟ ਹੈ, ਸਭ ਮਰਨਗੇ। ਸਿਰਫ 1% ਦਾ ਹਿੱਟ ਹੈ ਉਹਦੇ 'ਚ, 99% ਲੋਕਾਂ ਦਾ ਨੇ ਉਹਦੇ 'ਚ ਮਰਨਾ, 1% ਨੇ ਉਹ 'ਚੋਂ ਗੇਨ ਕਰਨਾ। ਤਾਂ ਇਹ ਲੜਾਈ ਹੁਣ 1% ਤੇ 99% ਦੀ ਹੈ, ਜਿਹੜੀ ਕਿ ਚੱਲ ਰਹੀ ਹੈ। ਦੇਖਦੇ ਹਾਂ ਕਿੱਧਰ ਨੂੰ ਜਾਂਦੀ ਹੈ ਹੁਣ। ਸੋ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਸਾਰੀ ਗੱਲਬਾਤ ਦੇ ਲਈ। ਬੜੀ ਅਸੀਂ ਕਹਿ ਸਕਦੇ ਹਾਂ ਕਿ ਬੜੀ ਜੋ ਲੋਕ ਸੁਣਨਾ ਚਾਹੁੰਦੇ ਸੀ, ਜਿਸ ਤਰੀਕੇ ਦਾ ਲੋਕ ਸੁਣਨਾ ਚਾਹੁੰਦੇ ਸੀ, ਜਿਸ ਤਰੀਕੇ ਦੀ ਇਸ ਵੇਲੇ ਲੋਕਾਂ ਨੂੰ ਜ਼ਰੂਰਤ ਸੀ, ਮੈਨੂੰ ਲੱਗਦਾ ਹੈ ਕਿ ਕਾਫੀ ਹੱਦ ਤੱਕ ਉਹੀ ਗੱਲਾਂ ਹਰੇਕ ਦੇ ਅੰਦਰ ਚੱਲ ਰਹੀਆਂ ਨੇ ਜਿਸ ਤਰੀਕੇ ਨਾਲ ਤੁਸੀਂ ਸੋਚ ਰਹੇ ਹੋ। ਔਰ ਅਸੀਂ ਇਹੋ ਉਮੀਦ ਕਰਦੇ ਹਾਂ ਤੁਹਾਡੇ ਜ਼ਰੀਏ ਵੀ, ਜਿਸ ਤਰੀਕੇ ਨਾਲ ਅਸੀਂ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਵਪਾਰੀ ਵਰਗ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਅੰਦੋਲਨ ਹੈਗਾ, ਕਿਉਂਕਿ ਤੁਸੀਂ ਜਨ ਸ਼ਕਤੀ ਦੀ ਗੱਲ ਕੀਤੀ ਹੈ ਤੇ ਜਨ ਸ਼ਕਤੀ ਕਦੇ ਮਰਦੀ ਨਹੀਂ ਔਰ ਜਨ ਸ਼ਕਤੀ ਦੀ ਹਮੇਸ਼ਾ ਜਿੱਤੀ ਰਹੀ ਹੈ। ਪਰ ਇੱਕ ਜਾਂਦੇ ਸਵਾਲ ਸਾਨੂੰ ਇਹ ਦੱਸ ਦਿਓ ਕਿ ਉੱਥੇ ਖੁਦਕੁਸ਼ੀਆਂ ਵੀ ਬਹੁਤ ਹੋ ਰਹੀਆਂ ਨੇ ਡਾਕਟਰ ਸਾਹਿਬ, ਇਸ ਵਰਤਾਰੇ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ? ਨਹੀਂ, ਉਹਦੇ 'ਚ ਇੱਦਾਂ ਹੁੰਦਾ ਨਾ, ਮਨੁੱਖ ਤਾਂ ਮਨੁੱਖ ਹੁੰਦਾ। ਜਦੋਂ ਉਹ ਮਾਯੂਸ ਹੁੰਦਾ ਨਾ, ਉਹਨੂੰ ਕਈ ਵਾਰੀ ਹਰ ਕਿਸਮ ਦੇ ਬੰਦੇ ਨੇ ਉੱਥੇ, ਹਰ ਕਿਸੇ ਦੀ ਚੇਤਨਾ ਵਾਲੇ ਬੰਦੇ ਨੇ, ਲੜਾਕੂ ਕਿਸਮ ਦੇ ਬੰਦੇ ਨੇ, ਆਮ ਜਿਹੇ ਬੰਦੇ ਵੀ ਹੈਗੇ ਆ। ਆਮ ਜਿਹੇ ਬੰਦੇ ਨੂੰ ਜਦੋਂ ਕੋਈ ਛੋਟੀਆਂ ਮੋਟੀਆਂ ਘਟਨਾਵਾਂ ਹੁੰਦੀਆਂ ਨੇ ਜਾਂ ਉੱਥੋਂ ਦਾ ਦੁੱਖ ਦਰਦ ਦੇਖਦਾ ਹੋ, ਤਾਂ ਉਹਦੀ ਹਰ ਬੰਦੇ ਦੀ ਆਪਣੀ ਸੀਮਾ ਹੁੰਦੀ ਨਾ, ਇੱਕ ਜਰਮ ਦੀ ਸੀਮਾ ਹੁੰਦੀ ਆ। ਸੋ ਕਈ ਉੱਥੇ ਮਨੁੱਖ ਹੁੰਦੇ ਜਿਹੜੇ ਨਹੀਂ ਜਰ ਸਕਦੇ ਉਹ ਸਾਰੇ ਦੁੱਖ ਦਰਦ ਨੂੰ, ਕਿਉਂਕਿ ਕਿੰਨੇ ਔਖੇ ਬੈਠੇ ਆ ਵਿਚਾਰੇ, ਉਹ ਕਿੰਨਾ ਦੁੱਖ ਦਰਦ ਝੇਲ ਰਹੇ ਆ। ਤੇ ਕਹਿਣ ਨੂੰ ਤਾਂ ਲੋਕਾਂ ਨੇ ਉਹਨੂੰ ਬੜਾ ਮੇਲਾ ਬਣਾਤਾ ਸੀਗਾ ਵੀ ਜਿਵੇਂ ਉੱਥੇ ਕੋਈ ਮੇਲਾ ਲੱਗਿਆ ਹੁੰਦਾ, ਲੇਕਿਨ ਉੱਥੇ ਜਾ ਕੇ ਮੈਂ ਦੇਖ ਕੇ ਆਇਆ, ਮੈਂ ਤਾਂ ਇੱਕ ਦਿਨ ਨਹੀਂ ਰਹਿ ਪਾਇਆ ਉੱਥੇ। ਐਨ ਬਹੁਤ ਔਖਾ ਰਹਿਣਾ ਉੱਥੇ, ਬਾਥਰੂਮ ਨਹੀਂ ਚੱਜਦੇ, ਕੋਈ ਲੈਟਰ ਨਹੀਂ ਚਾਹੀਦੀ, ਕੋਈ ਖਾਣ ਨਹੀਂ, ਕੋਈ ਪੀਣ ਨੂੰ, ਡੀਜ਼ਲ ਚੜ੍ਹ ਰਿਹਾ। ਮੈਂ ਦੂਜੇ ਦਿਨ ਮੈਂ ਤਾਂ ਦੂਜੇ ਦਿਨ ਬਿਮਾਰ ਹੋ ਗਿਆ, ਤੀਜੇ ਦਿਨ ਮੁੜਿਆ ਆਇਆ ਮੈਂ। ਤਾਂ ਇਹ ਐਡਾ ਸੌਖਾ ਨਹੀਂ ਹੁੰਦਾ। ਤਾਂ ਉੱਥੇ ਜਿਹੜੇ ਬੰਦੇ ਜਰ ਨਹੀਂ ਸਕਦੇ ਸਾਰੇ ਦੁੱਖ ਦਰਦ ਨੂੰ, ਉਹ 'ਚ ਫਿਰ ਕਈ ਵਾਰੀ ਇੱਦਾਂ ਦੀ ਘਟਨਾਵਾਂ ਹੋ ਜਾਂਦੀਆਂ। ਵੱਡਾ ਇਕੱਠ ਬਹੁਤ ਹੈ ਨਾ,
ਹਿਊਜ ਇਕੱਠ ਹੈ, ਉਹਦੇ 'ਚ ਇਹੋ ਜਿਹੀਆਂ ਘਟਨਾਵਾਂ ਹੋ ਸਕਦੀਆਂ ਨੇ। ਕਿਸ ਤਰੀਕੇ ਨਾਲ ਬਚਿਆ, ਫਿਰ ਕਿਸ ਤਰੀਕੇ ਨਾਲ ਜਾਵੇ? ਤੁਹਾਡੇ ਕੋਲ ਤਕਨੀਕਾਂ ਬਹੁਤ ਨੇ, ਕਿਉਂਕਿ ਤੁਸੀਂ ਲੋਕਾਂ ਨਾਲ ਜੁੜੇ ਹੋਏ ਹੋ, ਹੁਣ ਤੱਕ ਲੱਖਾਂ ਲੋਕਾਂ ਦਾ ਤੁਸੀਂ ਇਲਾਜ ਆਪਣੀ ਜ਼ਿੰਦਗੀ ਦੇ ਵਿੱਚ ਕਰ ਚੁੱਕੇ ਹੋ, ਤੇ ਇਸ ਦਾ ਕੋਈ ਫਾਰਮੂਲਾ ਹੈ ਕਿ ਉਸ ਤਰ੍ਹਾਂ ਦੀ ਨਿਰਾਸ਼ਤਾ ਸਾਡੇ ਅੰਦੋਲਨ ਦੇ ਵਿੱਚ ਨਾ ਫੈਲੇ? ਨਹੀਂ, ਉਹਦੇ 'ਚ ਇੱਦਾਂ ਦਾ ਮੇਰੇ ਖਿਆਲ 'ਚ ਕੋਈ ਸਿੱਧਾ ਸਾਦਾ ਕੋਈ ਇਲਾਜ ਨਹੀਂ ਹੈ। ਜੇ ਉਹਦੇ 'ਚ ਇੱਕ ਗੱਲ ਹੀ ਹੋ ਸਕਦੀ ਹੈ ਕਿ ਜੇ ਕੋਈ ਬੰਦਾ ਇੱਦਾਂ ਦੇ ਥੋੜ੍ਹੀ ਜਿਹੀ ਠੀਕ ਅਵਸਥਾ 'ਚ ਨਹੀਂ ਹੈ ਤਾਂ ਉਹਨੂੰ ਇੱਕ ਵਾਰੀ ਘਰ ਵਾਪਸ ਆ ਜਾਣਾ ਚਾਹੀਦਾ ਉਸ ਦੁੱਖ ਦਰਦ ਨੂੰ ਛੱਡ ਕੇ। ਨਹੀਂ ਤਾਂ ਫਿਰ ਜਿਹੜੇ ਉੱਥੇ ਜਿਸ ਢੰਗ ਦੇ ਨਾਲ ਉੱਥੇ ਦੇ ਲੈਕਚਰਸ ਹੁੰਦੇ ਆ, ਜਿਸ ਢੰਗ ਨਾਲ ਉੱਥੇ ਸਿੰਗਰ ਨੇ, ਜਿਸ ਢੰਗ ਨਾਲ ਉੱਥੇ ਸਾਰਾ ਵਾਤਾਵਰਨ ਹੈ, ਉਹ ਮੈਜੋਰਟੀ ਲੋਕਾਂ ਲਈ ਬਹੁਤ ਇਨਕਰੇਜਿੰਗ ਹੈ। ਮੈਜੋਰਟੀ ਲੋਕ ਚੜ੍ਹਦੀ ਕਲਾ 'ਚ ਨੇ, ਐਸੀ ਗੱਲ ਨਹੀਂ ਹੈ। ਉੱਥੇ 99% ਲੋਕ ਚੜ੍ਹਦੀ ਕਲਾ 'ਚ ਹੀ ਨੇ। ਉਹ ਤਾਂ ਜਿਹੜਾ ਥੋੜ੍ਹਾ ਬਹੁਤਾ ਕੋਈ ਢਿੱਲਾ ਮੱਠਾ ਹੈ, ਉਹਦੀ ਸਿਹਤ ਨਹੀਂ ਖਰਾਬ ਹੈ, ਉਹੋ ਜਿਹੇ ਲੋਕ ਜਿਹੜੇ ਨੇ ਉਹ ਫਿਰ ਆਪਣਾ ਮਾਨਸਿਕ ਅੰਦਰਲਾ ਪ੍ਰੈਸ਼ਰ ਨਹੀਂ ਚੱਲ ਪਾਉਂਦੇ। ਅਤੇ ਮੈਂ ਸਮਝਦਾ ਇਹੋ ਜਿਹੇ ਲੋਕਾਂ ਦਾ ਇਹੀ ਪ੍ਰੀਕਾਸ਼ਨ ਰੱਖਣੀ ਚਾਹੀਦੀ ਹੈ ਵੀ ਜੇ ਕੋਈ ਇਹੋ ਜਿਹੀ ਅਵਸਥਾ 'ਚ ਹੈਗਾ ਬੰਦਾ, ਫਿਜ਼ੀਕਲੀ ਬਿਮਾਰ ਹੈ ਜਾਂ ਮੈਂਟਲੀ ਥੋੜ੍ਹਾ ਕਮਜ਼ੋਰ ਫੀਲ ਕਰ ਰਿਹਾ, ਤਾਂ ਉਹਨੂੰ ਇੱਕ ਵਾਰੀ ਵਿੱਚੋਂ ਘਰ ਆ ਜਾਣਾ ਚਾਹੀਦਾ ਤਾਂ ਕਿ ਫਿਰ ਇੱਕ ਵਾਰੀ ਨਰਜਾਇਜ਼ ਹੋ ਕੇ ਫਿਰ ਵਾਪਸ ਜਾਵੇ। ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਦੱਸਿਆ ਕਿ ਇਸ ਵੇਲੇ ਜਿਹੜੀ ਇਹ ਜੰਗ ਦਾ ਦੂਜਾ ਰੂਪ ਹੈ, ਲਕੀਰ ਖਿੱਚ ਦਿੱਤੀ ਗਈ ਹੈ। ਇੱਕ ਪਾਸੇ ਮਨੁੱਖਤਾ 99% ਲੋਕ ਨੇ, ਤੇ ਇੱਕ ਪਾਸੇ ਹਿੱਤਾਂ ਦੇ ਲਈ 1% ਲੋਕਾਂ ਵੱਲੋਂ ਦਬਾਅ ਜਿਹੜਾ ਬਣਾਇਆ ਜਾ ਰਿਹਾ ਹੈ। ਪਰ ਉਮੀਦ ਅਸੀਂ ਇਹੀ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਸ ਅੰਦੋਲਨ ਦੇ ਜਿਹੜੇ ਨਤੀਜੇ ਨੇ ਉਹ ਪੋਜ਼ਿਟਿਵ ਆਉਣ, ਕਿਸਾਨਾਂ ਦੇ, ਆਮ ਲੋਕਾਂ ਦੇ ਹੱਕ ਦੇ ਵਿੱਚ ਆਉਣ। ਔਰ ਨਾਲ ਹੀ ਉਹਨਾਂ ਨੇ ਇੱਕ ਬੜਾ ਸੋਹਣੀ ਗੱਲ ਜਿਹੜੀ ਡਾਕਟਰ ਅਮਰ ਸਿੰਘ ਆਜ਼ਾਦ ਹੋਰਾਂ ਨੇ ਕਹੀ ਹੈ ਕਿ ਜੇਕਰ ਅੰਦੋਲਨ ਦੌਰਾਨ ਕਿਸੇ ਕਿਸਾਨ, ਕਿਸੇ ਪ੍ਰਦਰਸ਼ਨਕਾਰੀ ਜਾਂ ਕਿਸੇ ਮੁਜ਼ਾਹਰਾਕਾਰੀ ਦੇ ਦਿਮਾਗ ਦੇ ਵਿੱਚ ਕੋਈ ਨਿਰਾਸ਼ਤਾ ਵਾਲੀ ਗੱਲ ਪੈਦਾ ਹੁੰਦੀ ਹੈ, 99% ਬੇਸ਼ੱਕ ਲੋਕ ਉੱਥੇ ਚੜ੍ਹਦੀ ਕਲਾ ਵਾਲੇ ਨੇ, ਚੰਗੇ ਜੁੱਸੇ ਵਾਲੇ ਨੇ, ਚੰਗੀ ਸੋਚ ਵਾਲੇ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਅਗਰ ਕੋਈ ਇੱਦਾਂ ਦੀ ਗੱਲ ਲੱਗਦੀ ਹੈ ਤਾਂ ਉਸ ਨੂੰ ਇੱਕ ਅੱਧੇ ਦਿਨ ਦੇ ਲਈ ਘਰ ਆ ਕੇ ਮੁੜ ਤੋਂ ਉਸ ਅੰਦੋਲਨ ਦਾ ਫਿਰ ਹਿੱਸਾ ਬਣ ਜਾਣਾ ਚਾਹੀਦਾ। ਫਿਲਹਾਲ ਇਹ ਗੱਲਬਾਤ ਕਿਵੇਂ ਲੱਗੀ? ਜੇਕਰ ਤੁਸੀਂ ਕੋਈ ਵੀ ਗੱਲਬਾਤ ਅੰਦੋਲਨ ਬਾਰੇ, ਆਪਣੀ ਸਿਹਤ ਬਾਰੇ ਤੁਸੀਂ ਡਾਕਟਰ ਸਾਹਿਬ ਨਾਲ ਕਰਨੀ ਚਾਹੁੰਦੇ ਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਨੰਬਰ ਤੇ ਨਾਮ ਜ਼ਰੂਰ ਛੱਡਿਓ। ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਤੁਹਾਡੇ ਨਾਲ ਸੰਪਰਕ ਕਰਕੇ ਤੁਹਾਡਾ ਅਗਲਾ ਸਵਾਲ ਅਸੀਂ ਆਪਣੀ ਅਗਲੀ ਵੀਡੀਓ ਦੇ ਵਿੱਚ ਲੈ ਸਕੀਏ। ਫਿਲਹਾਲ ਇਹ ਗੱਲਬਾਤ ਮੈਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।